Good morning students. Now we will discuss the topic number 4th of 19th chapter. ਅੱਜ ਆਪਾਂ ਡਿਸਕਸ ਕਰਨਾ ਨਿਊ ਐਗਰੀਕਲਚਰ ਸਟ੍ਰੈਟਜੀ ਜਿਹਨੂੰ ਗ੍ਰੀਨ ਰੈਵੋਲੂਸ਼ਨ ਵੀ ਕਿਹਾ ਜਾਂਦਾ, ਨਵੀਂ ਖੇਤੀਬਾੜੀ ਰਣਨੀਤੀ ਜਿਹਨੂੰ ਕਿ ਹਰੀ ਕ੍ਰਾਂਤੀ ਕਿਹਾ ਜਾਂਦਾ, ਜੋ ਕਿ ਬਹੁਤ ਹੀ ਇੰਪੋਰਟੈਂਟ ਆਪਣਾ ਟੌਪਿਕ ਹੈਗਾ। ਸੋ ਸਭ ਤੋਂ ਪਹਿਲਾਂ ਦੇਖੋ ਦ ਨਿਊ ਐਗਰੀਕਲਚਰ ਸਟ੍ਰੈਟਜੀ ਇਨ ਇੰਡੀਆ ਫॉर ਐਗਰੀਕਲਚਰ ਡਿਵੈਲਪਮੈਂਟ ਵਾਜ਼ ਇੰਪਲੀਮੈਂਟਡ ਫॉर द फर्स्ट टाइम इन 1966 ਔਰ 67। ਕਹਿੰਦੇ ਜਿਹੜੀ ਨਵੀਂ ਖੇਤੀਬਾੜੀ ਰਣਨੀਤੀ ਆ ਉਹਨੂੰ ਇੰਡੀਆ ਦੇ ਵਿੱਚ ਇੰਪਲੀਮੈਂਟ ਕਦੋਂ ਕੀਤਾ ਗਿਆ, ਇੰਡੀਆ ਦੇ ਵਿੱਚ ਲਾਗੂ ਕੀਤਾ ਗਿਆ 1966 ਤੇ 67 ਦੇ ਵਿੱਚ ਫਸਟ ਟਾਈਮ। ਫॉर ਕਹਿੰਦੇ ਕਾਹਦੇ ਲਈ, ਫॉर द ਐਗਰੀਕਲਚਰ ਡਿਵੈਲਪਮੈਂਟ, ਖੇਤੀਬਾੜੀ ਦੀ ਡਿਵੈਲਪਮੈਂਟ ਕਰਨ ਵਾਸਤੇ, ਉਹਦਾ ਵਿਕਾਸ ਕਰਨ ਵਾਸਤੇ। ਹੁਣ ਅੱਗੇ ਆਪਾਂ ਦੇਖਦੇ ਹਾਂ ਵੀ ਜਿਹੜੀ ਨਵੀਂ ਖੇਤੀਬਾੜੀ ਰਣਨੀਤੀ ਲਾਗੂ ਕੀਤੀ ਗਈ ਸੀ ਉਹਦੇ ਕੀ ਉਦੇਸ਼ ਨੇ, ਕੀ ਏਮ ਨੇ। ठीक है, सिक्योरिंग आ रैपिड इंक्रीज इन फूड प्रोडक्शन इन द शॉर्टेड पॉसीबल टाइम। कहते जिन्ना घट समय पॉसीबल हो सके, शॉर्टेड पॉसीबल टाइम मतलब बहुत ही छोटे टाइम जिन्ना हो सके उन्ना घट, उन्ने टाइम दे विच कहते जिहड़ी फूड प्रोडक्शन आ, अनाज की पैदावार आ, ठीक है, उहदा उत्पादन आ उहनूं की आ इनक्रीज़ करना, उहनूं वधाउणा। इसनूं एक सिक्योरिंग मतलब उहनूं सुरੱਖਿਅਤ कर लेना भी हाँ असीं इन्ने शॉर्टेज पीरीयड दे विच, इन्ने शॉर्टेज टाइम दे विच इन्नी प्रोडक्शन कर सकते हैं। ठीक है, इहदा की आ मुख उद्देश आ भी प्रोडक्शन दे विच इनक्रीज़ करना, उहदे विच वाधा करना। ਆਪਾਂ ਨੂੰ ਪਤਾ ਵੀ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਸੀ ਉਦੋਂ ਆਪਣੇ ਦੇਸ਼ ਦੇ ਵਿੱਚ ਕਲੋਨੀਅਲ ਰੂਲ ਚੱਲ ਰਿਹਾ ਸੀ, ਬਸਤੀਵਾਦ ਚੱਲ ਰਿਹਾ ਸੀ। ਠੀਕ ਹੈ, ਬਸਤੀਵਾਦ ਦਾ ਰੂਲ ਜਦੋਂ ਸੀਗਾ ਉਦੋਂ ਕੀ ਸੀ, ਆਪਣੀ ਜਿਹੜੀ ਇੰਡੀਅਨ ਇਕੋਨਮੀ ਆ ਉਹਦੇ ਵਿੱਚ ਸਟੈਗਨੇਸ਼ਨ ਆ ਗਈ ਸੀ, ਸਥਿਰਤਾ ਆ ਗਈ ਸੀ। ਠੀਕ ਹੈ, ਉਹਦਾ ਵਿਕਾਸ ਕੀ ਆ ਜ਼ਿਆਦਾ ਨਹੀਂ ਹੋ ਰਿਹਾ ਸੀ ਕਿਸੇ ਵੀ ਸੈਕਟਰ ਦੇ ਵਿੱਚ। ਪਰ ਕਹਿੰਦੇ ਜਦੋਂ ਜਿਹੜੀ ਦ ਨਿਊ ਐਗਰੀਕਲਚਰ ਸਟ੍ਰੈਟਜੀ ਅਪਣਾਈ ਗਈ ਉਹਨੇ ਕੀ ਕੀਤਾ, ਕਹਿੰਦੇ ਬਰੋਕਨ ਬਾਏ ਦਾ ਗ੍ਰੀਨ ਰੈਵੋਲੂਸ਼ਨ, ਉਹਨੇ ਜਿਹੜੀ ਸਟੈਗਨੇਸ਼ਨ ਦੀ ਸਥਿਤੀ ਸੀ, ਸਥਿਰਤਾ ਆਪਣੇ ਇਕੋਨਮੀ ਦੇ ਵਿੱਚ ਆ ਗਈ ਸੀ, ਹਰੀ ਕ੍ਰਾਂਤੀ ਦੇ ਨਾਲ, ਗ੍ਰੀਨ ਰੈਵੋਲੂਸ਼ਨ ਦੇ ਨਾਲ ਉਹ ਕੀ ਆ ਤੋੜੀ ਗਈ, ਉਹਨੂੰ ਤੋੜਿਆ ਗਿਆ। ਠੀਕ ਹੈ, ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਆਪਣੇ ਦੇਸ਼ ਆ ਉਹਦੇ ਵਿੱਚ ਸਟੈਗਨੇਸ਼ਨ ਦੀ ਸਥਿਤੀ ਆ ਕਿਹੜੀ ਉਹ ਨਸ਼ਟ ਹੋ ਗਈ, ਆਪਾਂ ਸਮਾਪਤ ਹੋ ਗਈ। ਠੀਕ ਹੈ, ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਗ੍ਰੀਨ ਰੈਵੋਲੂਸ਼ਨ ਆ ਉਹਦਾ ਕੀ ਅਰਥ ਆ। ਕਹਿੰਦੇ Green revolution refers to the large increase in production of food grains। Food grains मतलब अनाज ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਣਾ। ਠੀਕ ਹੈ, ਇਹਨੂੰ ਗ੍ਰੀਨ ਰੈਵੋਲੂਸ਼ਨ ਕਿਹਾ ਜਾਂਦਾ। ਥਰੂ ਕਾਹਦੇ ਨਾਲ ਦਾ ਇੰਟਰੋਡਕਸ਼ਨ ਆਫ ਹਾਈ ਯੀਲਡ ਕ੍ਰੌਪ ਵੈਰਾਈਟੀਜ਼ ਐਂਡ ਐਪਲੀਕੇਸ਼ਨਸ ਆਫ ਮਾਡਰਨ ਐਗਰੀਕਲਚਰ ਟੈਕਨੀਕਸ। ਕਹਿੰਦੇ ਇਹ ਵਾਧਾ ਕਿਹਦੇ ਨਾਲ ਕਰਨਾ, ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਕਿਹੜੀਆਂ ਫਸਲਾਂ ਦੀਆਂ ਵੈਰਾਈਟੀਆਂ ਉਹਨਾਂ ਨੂੰ ਯੂਜ਼ ਕਰਕੇ, ਤੇ ਇਸ ਤੋਂ ਬਿਨਾਂ ਕੀ ਆ ਮਾਡਰਨ ਐਗਰੀਕਲਚਰ ਟੈਕਨੀਕਸ ਯੂਜ਼ ਕਰਕੇ ਹੀ ਕੀ ਆ ਜਿਹੜੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਕਰਨਾ, ਇਹਨੂੰ ਹੀ ਕੀ ਗ੍ਰੀਨ ਰੈਵੋਲੂਸ਼ਨ ਕਿਹਾ ਜਾਂਦਾ। ਇਸ ਤੋਂ ਬਿਨਾਂ ਦਾ ਯੂਜ਼ ਆਫ ਹਾਈ ਯੀਲਡ ਵੈਰਾਈਟੀ ਸੀਡਸ ਰਿਕੁਆਇਰਡ ਦਾ ਯੂਜ਼ ਆਫ ਕੈਮੀਕਲ ਫਰਟੀਲਾਈਜ਼ਰਸ ਐਂਡ ਦਾ ਪੈਸਟੀਸਾਈਡਸ ਇਨ ਦਾ ਕਰੈਕਟ ਕੁਆਂਟੀਟੀਜ਼ ਐਜ਼ ਵੈਲ ਐਜ਼ ਦਾ ਰੈਗੂਲਰ ਸਪਲਾਈ ਆਫ ਵਾਟਰ। ਇਸ ਤੋਂ ਬਿਨਾਂ ਕਹਿੰਦੇ ਜਦੋਂ ਕਹਿੰਦੇ ਪ੍ਰੋਡਕਸ਼ਨ ਦੇ ਵਿੱਚ ਵਾਧਾ ਕਿਵੇਂ ਹੁੰਦਾ, ਕਹਿੰਦੇ ਜਾਂ ਫਿਰ ਹਾਈ ਕੁਆਲਿਟੀ ਜਿਹੜੀ ਉੱਚ ਕੁਆਲਿਟੀ ਦੇ ਬੀਜ ਹੁੰਦੇ ਆ ਉਹਨਾਂ ਦੀ ਸਹੀ ਮਾਤਰਾ ਵਿੱਚ ਯੂਜ਼ ਕਰਕੇ, ਇਸ ਤੋਂ ਬਿਨਾਂ ਕੀਟਨਾਸ਼ਕ ਪੈਸਟੀਸਾਈਡ ਦੀ ਸਹੀ ਮਾਤਰਾ ਯੂਜ਼ ਕਰਕੇ, ਇਸ ਤੋਂ ਬਿਨਾਂ ਕੈਮੀਕਲ ਫਰਟੀਲਾਈਜ਼ਰ ਦੀ, ਠੀਕ ਹੈ, ਉਪਜਾਊ ਸ਼ਕਤੀ ਜਿਹੜੀ ਵਧਾਉਂਦੀ ਆ ਆਪਣੀ ਜਿਹੜੇ ਕੈਮੀਕਲਸ ਹੁੰਦੇ ਆ, ਠੀਕ ਹੈ, ਉਹਨਾਂ ਦੀ ਸਹੀ ਕਰੈਕਟ ਕੁਆਂਟੀਟੀ ਯੂਜ਼ ਕਰਕੇ, ਉਹਨਾਂ ਦੀ ਸਹੀ ਮਾਤਰਾ ਯੂਜ਼ ਕਰਕੇ ਹੀ ਕੀ ਆ ਜਿਹੜੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਕੀਤਾ ਜਾਂਦਾ। ਇਹਦੇ ਤੋਂ ਬਿਨਾਂ ਰੈਗੂਲਰ ਸਪਲਾਈ ਆਫ ਵਾਟਰ, ਆਪਾਂ ਨੂੰ ਪਤਾ ਫਸਲਾਂ ਦੇ ਵਿਕਾਸ ਦੇ ਲਈ, ਉਹਨਾਂ ਦਾ ਉਤਪਾਦਨ ਵਧਾਉਣ ਦੇ ਲਈ ਕੀ ਆ, ਫਸਲਾਂ ਨੂੰ ਉਗਾਉਣ ਲਈ ਵਾਟਰ ਦੀ ਸਪਲਾਈ ਬਹੁਤ ਜ਼ਰੂਰੀ ਹੈ। ਸੋ ਜਦੋਂ ਕੀ ਆ ਰੈਗੂਲਰ ਸਪਲਾਈ ਆਫ ਵਾਟਰ ਹੋਊਗੀ ਤਾਂ ਹੀ ਕੀ ਆ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹਦੇ ਵਿੱਚ ਵਾਧਾ ਹੋਊਗਾ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਜਿਹੜੀ ਨਿਊ ਐਗਰੀਕਲਚਰ ਸਟ੍ਰੈਟਜੀ ਸੀ ਉਹਦੀ ਸ਼ੁਰੂਆਤ ਕਦੋਂ ਹੋਈ। ਇਹ ਕਿਹਾ ਜਾਂਦਾ ਹੈ ਕਿ 1967 ਤੇ 68 ਦੇ ਵਿੱਚ ਕਹਿੰਦੇ ਬਿਗਨਿੰਗ ਆਫ ਦਾ ਨਿਊ ਐਗਰੀਕਲਚਰ ਸਟ੍ਰੈਟਜੀ ਮਤਲਬ ਜਿਹੜੀ ਨਵੀਂ ਜਿਹੜੀ ਖੇਤੀਬਾੜੀ ਰਣਨੀਤੀ ਸੀ ਉਹਦੀ ਸ਼ੁਰੂਆਤ ਹੋਈ। ਠੀਕ ਹੈ, ਜਿਹਦੇ ਵਿੱਚ ਕੀ ਆ 6.04 ਮਿਲੀਅਨ ਹੈਕਟੇਅਰ ਜਿਹੜੀ ਭੂਮੀ ਆ ਉਹਦੇ 'ਤੇ ਕੀ ਆ ਇਹ ਪ੍ਰੋਗਰਾਮ ਨੂੰ ਇੰਪਲੀਮੈਂਟ ਕੀਤਾ ਗਿਆ, ਜੋ ਕਿ ਬਹੁਤ ਹੀ ਜ਼ਿਆਦਾ ਕੀ ਆ ਭੂਮੀ ਦੇ ਉੱਪਰ ਲਾਗੂ ਹੁੰਦੀ ਸੀ। ਸਿੰਸ ਦੈਨ ਕਹਿੰਦੇ ਇਸ ਤੋਂ ਬਾਅਦ ਇਹ ਰਣਨੀਤੀ ਲਾਗੂ ਹੋਣ ਤੋਂ ਬਾਅਦ ਐਗਰੀਕਲਚਰ ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ ਪਿਕਡ ਅਪ
ਫਾਸਟ। ਕਹਿੰਦੇ ਇਸ ਤੋਂ ਬਾਅਦ ਕੀ ਆ, ਖੇਤੀਬਾੜੀ ਦਾ ਉਤਪਾਦਨ ਤੇ ਉਤਪਾਦਕਤਾ ਨੇ ਜ਼ੋਰ ਫੜਿਆ ਤੇ ਇਹਨਾਂ ਦੇ ਵਿੱਚ ਬਹੁਤ ਵਾਧਾ ਆਇਆ। ਇਸ ਲਈ ਕਹਿੰਦੇ ਕਿਹਾ ਜਾਂਦਾ ਵੀ ਜਿਹੜਾ ਸਾਲ 1967 ਅਤੇ 68 ਆ ਉਹਨੂੰ ਇੱਕ ਬੈਂਚਮਾਰਕ ਈਅਰ ਵੀ ਕਿਹਾ ਜਾਂਦਾ। ਆਪਾਂ ਕਹਿੰਦੇ ਆ ਨਾ ਵੀ ਇਹਨੇ ਆਪਣਾ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ, ਮਤਲਬ ਇਹਦੇ ਵਿੱਚ ਕੀ ਆ, ਹਿਸਟਰੀ ਦੇ ਵਿੱਚ ਇਹ ਪਹਿਲਾਂ ਕਦੇ ਨਹੀਂ ਹੋਇਆ ਸੀ। ਸੋ ਜਿਹੜੀ ਹਰੀ ਕ੍ਰਾਂਤੀ ਆਈ, ਠੀਕ ਹੈ, ਉਹਨੇ ਇੱਕ ਬੈਂਚਮਾਰਕ ਈਅਰ ਸੈੱਟ ਕਰ ਦਿੱਤਾ ਜਿਹਨੂੰ ਕੀ ਕਿਹਾ ਜਾਂਦਾ 1967 ਤੇ 68, ਠੀਕ ਹੈ, ਇਨ ਦਾ ਹਿਸਟਰੀ ਆਫ ਇੰਡੀਅਨ ਐਗਰੀਕਲਚਰ ਦੇ ਵਿੱਚ ਇੱਕ ਬੈਂਚਮਾਰਕ ਈਅਰ ਇਹਨੂੰ ਕਿਹਾ ਜਾਂਦਾ। ਇਸ ਤੋਂ ਬਿਨਾਂ ਦੇਖੋ ਇਹਦੇ ਕੰਪੋਨੈਂਟਸ ਕੀ ਸੀਗੇ, ਜਿਹੜੀ ਨਵੀਂ ਖੇਤੀਬਾੜੀ ਰਣਨੀਤੀ ਸੀ, ਨਿਊ ਐਗਰੀਕਲਚਰ ਸਟ੍ਰੈਟਜੀ ਸੀ, ਕਹਿੰਦੇ ਉਹਦੇ ਵਿੱਚ ਕੀ ਆ, ਯੂਜ਼ ਆਫ ਹਾਈ ਯੀਲਡ ਵੈਰਾਈਟੀ ਆਫ ਸੀਡਸ। ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਉਦੋਂ ਕੀ ਆ, ਬੀਜਾਂ ਦੀ ਵਧੀਆ ਕੁਆਲਿਟੀ ਦੇ ਬੀਜਾਂ ਦੀ ਵਰਤੋਂ ਹੋਣ ਲੱਗੀ ਸੀ। ਯੂਜ਼ ਆਫ ਕੈਮੀਕਲ ਫਰਟੀਲਾਈਜ਼ਰ, ਵਧੀਆ ਤਰ੍ਹਾਂ ਦੇ ਜਿਹੜੇ ਕੈਮੀਕਲ ਫਰਟੀਲਾਈਜ਼ਰ ਸੀਗੇ ਸੀ, ਠੀਕ ਹੈ, ਜਿਹੜੀ ਭੂਮੀ ਦੀ ਉਪਜਾਊਪਣ ਨੂੰ ਵਧਾਉਂਦੇ ਸੀ, ਉਹਦੀ ਯੂਜ਼ ਕਰ ਸਹੀ ਢੰਗ ਦੇ ਨਾਲ ਹੋਣ ਲੱਗਾ। ਯੂਜ਼ ਆਫ ਇੰਟੈਂਸਿਵ ਕਲਟੀਵੇਸ਼ਨ ਵਿਦ ਅਸ਼ੋਰਡ ਇਰੀਗੇਸ਼ਨ ਫੈਸਿਲਿਟੀਜ਼। ਆਪਾਂ ਨੂੰ ਪਤਾ ਵੀ ਜਿਹੜੀ ਕਲਟੀਵੇਟ ਕਰਨਾ, ਸਿੰਚਾਈ ਕਰਨਾ, ਠੀਕ ਹੈ, ਉਹਦਾ ਰੈਗੂਲੇਸ਼ਨ ਚਾਹੀਦੀ ਹੁੰਦੀ ਹੈ ਉਹਦੇ ਵਿੱਚ, ਠੀਕ ਹੈ। ਇਹ ਉਦੋਂ ਇਹ ਬਹੁਤ ਜ਼ਿਆਦਾ ਵਧੀਆ ਇਹਦੀ ਫੈਸਿਲਿਟੀ ਹੋਣ ਲੱਗ ਗਈ ਸੀਗੀ, ਠੀਕ ਹੈ। ਜਿਹੜੀ ਇਰੀਗੇਸ਼ਨ ਕਰਨੀ ਹੈ, ਠੀਕ ਹੈ, ਸਿੰਚਾਈ ਕਰਨੀ ਆ, ਉਹ ਕਾਸ਼ਤਕਾਰੀ ਕਰਨ ਲਈ, ਮਤਲਬ ਖੇਤੀਬਾੜੀ ਕਰਨ ਲਈ ਬਹੁਤ ਇੰਪੋਰਟੈਂਟ ਆ। ਸੋ ਉਦੋਂ ਉਹਨਾਂ ਦੀ ਸੁਵਿਧਾ ਬਹੁਤ ਹੀ ਜ਼ਿਆਦਾ ਵਧੀਆ ਸੀ, ਤਾਂ ਕਰਕੇ ਕੀ ਆ, ਇੱਕ ਇਹਦਾ ਕੰਪੋਨੈਂਟ ਆ। ਇਸ ਤੋਂ ਬਿਨਾਂ ਯੂਜ਼ ਆਫ ਫਾਰਮ ਮਸ਼ੀਨਸ, ਮਤਲਬ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਮਸ਼ੀਨਾਂ, ਉਹਨਾਂ ਦੀ ਵਰਤੋਂ ਹੋਣ ਕਰਕੇ ਹੀ ਕੀ ਆ, ਜਿਹੜੀ ਗ੍ਰੀਨ ਰੈਵੋਲਿਊਸ਼ਨ ਆ ਉਹ ਆਈ, ਠੀਕ ਹੈ। ਇਸ ਤੋਂ ਅੱਗੇ ਆਪਾਂ ਇਹਦੇ ਫੇਜ਼ਸ ਦੀ ਗੱਲ ਕਰਦੇ ਹਾਂ। ਗ੍ਰੀਨ ਰੈਵੋਲਿਊਸ਼ਨ ਦੇ ਫੇਜ਼ਸ ਆਫ ਗ੍ਰੀਨ ਰੈਵੋਲਿਊਸ਼ਨ, ਹਰੀ ਕ੍ਰਾਂਤੀ ਦੇ ਕਿਹੜੇ ਕਿਹੜੇ ਪੜਾਅ। ਕਹਿੰਦੇ ਗ੍ਰੀਨ ਰੈਵੋਲਿਊਸ਼ਨ ਦੇ ਫੇਜ਼ਸ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਫਸਟ ਹੈਗਾ ਫਸਟ ਫੇਜ਼ ਐਂਡ ਸੈਕਿੰਡ ਫੇਜ਼, ਜਿਹਨੂੰ ਪਹਿਲਾ ਪੜਾਅ ਤੇ ਦੂਜਾ ਪੜਾਅ ਕਿਹਾ ਜਾਂਦਾ। ਫਸਟ ਪੜਾਅ ਦੀ ਟਾਈਮਿੰਗ ਸੀਗੀ ਜਿਹੜੀ, ਉਹ ਸੀਗੀ ਮਿਡ 1960, ਮਤਲਬ 1960 ਦੇ ਮੱਧ ਤੋਂ ਲੈ ਕੇ 1970 ਦੇ ਅੱਧ ਤੱਕ। ਇਸ ਤੋਂ ਬਾਅਦ ਜਿਹੜਾ ਸੈਕਿੰਡ ਫੇਜ਼ ਸੀ ਉਹ ਕਿੱਥੋਂ ਸਟਾਰਟ ਹੋਇਆ ਸੀ, 1970 ਦੇ ਮਿਡ ਤੋਂ ਸਟਾਰਟ ਹੋ ਕੇ 1980 ਦੇ ਮਿਡ ਤੱਕ ਸੀਗਾ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹੜੀ ਕਿਹੜੀ ਸਟੇਟਸ ਨੂੰ ਫਾਇਦਾ ਹੋਇਆ, ਠੀਕ ਹੈ। ਸਟੇਟਸ ਜਿਹੜੇ ਰਾਜ ਸੀਗੇ ਆਪਣੇ ਦੇਸ਼ ਦੇ, ਕਹਿੰਦੇ ਜਿਹੜੇ ਅਮੀਰ ਰਾਜ ਸੀਗੇ ਆਪਣੇ ਦੇਸ਼ ਦੇ, ਦੇਖੋ ਜਿਵੇਂ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼ ਐਂਡ ਤਾਮਿਲਨਾਡੂ, ਕਹਿੰਦੇ ਇਹਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਕੀ ਆ ਲਾਭ ਮਿਲਿਆ, ਠੀਕ ਹੈ। ਇਹਦੇ ਵਿੱਚ ਕੀ ਸੀ, ਪਰ ਕਹਿੰਦੇ ਕੁਝ ਕੁ ਰੀਜ਼ਨ, ਜਿਹੜੇ ਕੁਝ ਕੁ ਖੇਤਰ ਇਹੋ ਜਿਹੇ ਸੀ ਜਿਹੜੇ ਵੀਟ ਅਤੇ ਰਾਈਸ ਉਗਾਉਂਦੇ ਸੀ, ਉਹਨਾਂ ਦੇ ਵਿੱਚ ਹੀ ਸਿਰਫ ਹਾਈ ਯੀਲਡ ਵੈਰਾਈਟੀ ਵਾਲੇ ਜਿਹੜੇ ਸੀਡ ਸੀਗੇ, ਉਹ ਜਿਹੜੇ ਵਧੀਆ ਕੁਆਲਿਟੀ ਦੇ ਬੀਜ ਸੀ, ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਕਹਿੰਦੇ ਜਿਹੜੇ ਸੈਕਿੰਡ ਫੇਜ਼ ਦੇ ਵਿੱਚ ਕੀ ਆ, ਸਪਰੈਡ ਟੂ ਦਾ ਲੌਂਗਰ ਨੰਬਰ ਆਫ ਸਟੇਟਸ। ਕਹਿੰਦੇ ਆਹ ਤਾਂ ਕੁਝ ਕੁ ਜਿਹੜੇ ਰੀਜ਼ਨ ਸੀਗੇ, ਖੇਤਰ ਸੀਗੇ, ਰਾਜ ਸੀ, ਉਹਨਾਂ ਤੱਕ ਸੀਮਤ ਸੀ। ਪਰ ਬਾਅਦ ਦੇ ਵਿੱਚ ਕੀ ਹੋਇਆ, ਸੈਕਿੰਡ ਫੇਜ਼ ਦੇ ਵਿੱਚ ਜਿਹੜੀ ਹਰੀ ਕ੍ਰਾਂਤੀ ਸੀ, ਉਹਨਾਂ ਦੇ ਵਿੱਚ ਬਹੁਤ ਸਾਰੇ ਰਾਜਾਂ ਦੇ ਵਿੱਚ ਉਹ ਆਈ, ਬਹੁਤ ਸਾਰੇ ਰਾਜਾਂ ਦੀ ਉਤਪਾਦਨ ਦੇ ਵਿੱਚ ਕੀ ਆ ਵਾਧਾ ਹੋਇਆ, ਠੀਕ ਹੈ। ਐਂਡ ਬੈਨੀਫਿਟਡ ਮੋਰ ਦਾ ਵੈਰਾਈਟੀ ਆਫ ਕ੍ਰੌਪਸ। ਕਹਿੰਦੇ ਇਹਦੇ ਵਿੱਚ ਤਾਂ ਜਿਹੜੇ ਵੀਟ ਅਤੇ ਰਾਈਸ ਸੀ ਉਹੀ ਇਫੈਕਟ ਹੋਏ ਸੀ, ਪਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਸੀਗੀਆਂ, ਕ੍ਰੌਪਸ ਸੀਗੀਆਂ, ਉਹਨਾਂ ਨੂੰ ਕੀ ਆ ਬੈਨੀਫਿਟ ਮਿਲਿਆ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੀ ਗ੍ਰੀਨ ਰੈਵੋਲਿਊਸ਼ਨ ਆ ਉਹਦੀਆਂ ਅਚੀਵਮੈਂਟਸ ਕੀ ਆ, ਅਚੀਵਮੈਂਟਸ ਆਫ ਦਾ ਗ੍ਰੀਨ ਰੈਵੋਲਿਊਸ਼ਨ, ਠੀਕ ਹੈ, ਇਹਦੀਆਂ ਪ੍ਰਾਪਤੀਆਂ। ਸਭ ਤੋਂ ਪਹਿਲਾਂ ਸਭ ਤੋਂ ਕਲੀਅਰ ਪੁਆਇੰਟ ਇਹੀ ਆਪਾਂ ਲਿਖਾਂਗੇ ਕਿ ਇਨਕਰੀਜ਼ ਇਨ ਐਗਰੀਕਲਚਰ ਪ੍ਰੋਡਕਸ਼ਨ ਐਂਡ ਦਾ ਪ੍ਰੋਡਕਟਿਵਿਟੀ। ਕਹਿੰਦੇ ਖੇਤੀਬਾੜੀ ਉਤਪਾਦਾਂ ਅਤੇ ਉਤਪਾਦਕਾਂ ਵਿੱਚ ਬਹੁਤ ਵਾਧਾ ਹੋਇਆ। ਆਪਾਂ ਜਿਵੇਂ ਪੜ੍ਹਿਆ ਕਿ ਕਣਕ ਆ, ਮੱਕੀ ਆ, ਚਾਵਲ ਆ, ਠੀਕ ਹੈ, ਇਹਨਾਂ ਦੇ ਉਤਪਾਦਨ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਅਤੇ ਭਾਰੀ ਮਾਤਰਾ ਦੇ ਵਿੱਚ ਇਹਨਾਂ ਦੀ ਉਤਪਾਦਕਤਾ ਉਹ ਵੀ ਵਧੀ, ਠੀਕ ਹੈ। ਇਨਕਰੀਜ਼ ਇਨ ਦਾ ਪ੍ਰੋਡਕਸ਼ਨ ਆਫ ਕਮਰਸ਼ੀਅਲ ਕ੍ਰੌਪਸ। ਕਹਿੰਦੇ ਜਿਹੜੀਆਂ ਆਮ ਫਸਲਾਂ ਹੁੰਦੀਆਂ ਜਿਵੇਂ ਕਣਕ ਹੋ ਗਿਆ, ਚਾਵਲ ਹੋ ਗਿਆ, ਠੀਕ ਹੈ, ਇਸ ਤੋਂ ਬਿਨਾਂ ਕੁਝ ਕਮਰਸ਼ੀਅਲ ਕ੍ਰੌਪਸ ਹੁੰਦੀਆਂ, ਠੀਕ ਹੈ, ਜਿਨ੍ਹਾਂ ਦਾ ਵਪਾਰ ਕੀਤਾ ਜਾਂਦਾ, ਜਿਵੇਂ ਜਿਨ੍ਹਾਂ ਫਸਲਾਂ ਤੋਂ ਆਪਾਂ ਤੇਲ ਵਗੈਰਾ ਕੱਢ ਸਕਦੇ ਹਾਂ, ਠੀਕ ਹੈ। ਜਾਂ ਇਸ ਤੋਂ ਬਿਨਾਂ ਹੋਰ ਫਸਲਾਂ ਜਿਵੇਂ ਹੋ ਗਿਆ ਗੰਨਾ ਹੋ ਗਿਆ, ਆਲੂ ਹੋ ਗਿਆ, ਠੀਕ ਹੈ, ਕਪਾਹ ਹੋ ਗਈ, ਜੂਟ ਹੋ ਗਏ, ਜਿਨ੍ਹਾਂ ਦਾ ਵਪਾਰ ਕਰ ਸਕਦੇ ਆ ਕਿਸਾਨ, ਠੀਕ ਹੈ। ਕਿਸਾਨ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੇਚਦੇ ਸੀ ਅਤੇ ਉਹਦੇ ਨਾਲ ਕੀ ਉਹਨਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਇਆ। ਇਸ ਤੋਂ ਅੱਗੇ ਹੈਗਾ ਗ੍ਰੇਟਰ ਇੰਟੈਂਸਿਟੀ ਆਫ ਕ੍ਰੌਪਿੰਗ, ਫਸਲਾਂ ਦੀ ਤੀਬਰਤਾ ਮਤਲਬ ਕੀ ਆ, ਜਿਹੜੀਆਂ ਥੋੜ੍ਹੇ ਸਮੇਂ ਵਾਲੀਆਂ ਫਸਲਾਂ ਹੁੰਦੀਆਂ ਜਿਹਨੂੰ ਪੈਡੀ ਕਿਹਾ ਜਾਂਦਾ, ਜਿਵੇਂ ਜਵਾਰ ਹੋ ਗਿਆ, ਬਾਜਰਾ ਹੋ ਗਿਆ, ਮੱਕੀ ਹੋ ਗਈ, ਠੀਕ ਹੈ। ਇਹਨਾਂ ਨੂੰ ਵੱਖ-ਵੱਖ ਮੌਸਮਾਂ ਦੇ ਵਿੱਚ ਕੀ ਉਗਾਇਆ ਜਾਂਦਾ, ਠੀਕ ਹੈ। ਇਹ ਪਹਿਲਾਂ ਬਹੁਤ ਇਹਨਾਂ ਦੀ ਖੇਤੀ ਘੱਟ ਕੀਤੀ ਜਾਂਦੀ ਸੀ, ਪਰ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਇਹਨਾਂ ਦੇ ਵੱਲ ਵੀ ਧਿਆਨ ਦਿੱਤਾ ਗਿਆ, ਠੀਕ ਹੈ। ਫਸਲਾਂ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਜਿਹੜਾ ਉਹਨਾਂ ਦਾ ਕਿਸਾਨ ਉਹਨਾਂ ਨੇ
पैदावार शुरू कर दी। ठीक है, इस तो अगे हैगा चेंज इन द फार्मर्स आउटलुक, किसानां दे दृष्टिकोण दे विच बदलाव। कहते जो हरी क्रांति आ गई उस तो पहला किसान मानते सी कि भी सानू इन्हां दे विच कोई फायदा नहीं फसलों के विच, सिर्फ वो जिन्ना कुछ कमाउंदे सी उन्ना खा लेंदे सी। पर इस तो बाद उन्हें देखा भी असीं इन्हां दा वपार कर सकते हैं, फसलों का वपार कमा के अपनी आमदन दे विच वाधा कर सकते हैं। इस तरह की हो गया उन्हां दे विच गतिशीलता आ गई। ठीक है, उत्पादकता विच। सो देखो किसानां दा दृष्टिकोण आ की आ जिहड़ा वो की आ चेंज हो गया भी आपां इहदे च खेती करन च प्रॉफिट भी कमा सकते हैं। इस तो अगे हैगा एक्सटेंशन ऑफ इरीगेशन, कहते सिंचाई दे विच वाधा हो गया। सिंचाई के बहुत सारे साधन जिवें ट्यूबवैल वगैरह लगाउण लग गए। ठीक है, खेतों के विच की आ जिहड़ियां टैक्नीक्स वो यूज़ होण लग गई। इस तो बिना हैगा एक्सटेंशन यूज मॉडर्न मशीनरीज, आधुनिक मशीनरी के प्रयोग विच वाधा होया। हुण देखो कुछ जिहड़े बीज वगैरह सीड्स उगाउण वालियां मशीनां चल रही हैं। ठीक है, ट्रैक्टर चल रहे हैं। पहलां की सीगे लोग बलदां दे नाल खेती करते सी। इस तो बाद की होया ग्रीन रेवोल्यूशन तो बाद जिहड़ियां मॉडर्न मशीनरीज वो यूज़ करन लग गए किसान। इस तो अगे हैगा सैल्फ सफिशिएंसी इन द फूड ग्रीनस प्रोडक्शन, अनाज के उत्पादन दे विच स्वै निर्भरता। स्वै निर्भरता की आ मतलब अपने देश दे विच की आ जिहड़ी खेती इस पद्धर ते होण लग गई भी उन्हां नूं अपने अनाज दे लई लोक बाकी विदेशां ते निर्भर नहीं रहना पैंदा सी। अपने देश विच आपदे कोले ही बहुत सारे जिहड़ा अनाज सीगा वो हो गया सी। ठीक है, सरकार कोले की सी एक बफर स्टॉक सी जिन्हों कदों भी वो स्टॉक स्टोर करके रख सकदा सीगा। ठीक है, इस तरह की आ अपने जिहड़ा देश आ उहने स्वै निर्भरता प्राप्त कर लई फूड ग्रेन के मुकाबले दे विच उन्हां नूं इंपोर्ट कराउण दी जरूरत नहीं पई। इस तो बिना हैगा फॉरवर्ड एंड बैकवर्ड लिंकेज। ठीक है, इन्हां दे विच भी की आ अगले ते पिछले संबंध मजबूत हो गए, इन्हां दे विच स्ट्रैंथ वो की आ वध गई। किवें कहंदे जिहड़े खेतीबाड़ी तो बाद की आ जिहड़े खेतीबाड़ी करन वाले किसान आ जदों उन्हां कोल पैसा आउण लग गया तो उन्होंने मशीनरियां खरीदनियां शुरू कर दित्तियां। मशीनरियां कौन बनाउंदा हुण एग्रीकल्चर इंडस्ट्रीयल सैक्टर। सो इंडस्ट्रीयल सैक्टर की मंग भी वध गई। ठीक है, उन्होंने मंग दे विच वाधा होया इंडस्ट्रीयल चीज़ों के विच, तां करके उन्होंने भी बहुत वाधा आया। इस तो बिना जिहड़े पैसटीसाइड्स हुंदे आ, ठीक है, होर तरह दी खादां वगैरह हुंदियां उन्हां दी भी मंग वध गई, जिहदे नाल की आ फॉरवर्ड ते बैकवर्ड लिंकेज आ मजबूत हो गई। इस तो अगे हैगा इस तो अगे देखो इनहैंसड रोल ऑफ पब्लिक इंस्टीट्यूशनस, सरकारी संस्थावां की भूमिका दे विच भी वाधा होया। देखो जिवें नवीं नवीं सोसाइटीज़ बणियां हुंदियां, निगम बने हुंदे आ। ठीक है, संस्थावां बणियां हुंदियां, संगठन बने हुंदे आ। ठीक है, वो की करन लगे ग्रीन रेवोल्यूशन तो बाद जिहड़े किसान आ उन्हां नूं प्रमोट करन लगे, उन्हां दीयां सेवावां उन्हां दे घर तक पहुँचाउण लगे भी तुसीं इदां खरीदो तो तुहानूं आ बैनीफिट होऊगा। इस तो बिना जिहड़े नवें औजार खरीदण दे लई उन्हां नूं फंड भी जारी कीते गए। ठीक है, लोन वगैरह दिते गए। इस तो बिना की है जिहड़े फूड कॉरपोरेशन ऑफ इंडिया, ठीक है, उन्हां दी स्थापना हुई ताकि जो किसानां दा अनाज है वो भी खरीद सकन। इस तो अगे हैगा पैकेज ऑफ इनपुट्स, जिन्हें निवेश दा पैकेज मतलब जिहड़ी नवीं खेतीबाड़ी तकनीक सी। ठीक है, उन्हां दा की आ उन्होंने एक तरह नाल सारिਆਂ ਨੂੰ प्रमोट करता। ठीक है, उन्होंने क्या भी उत्पादन ਨੂੰ ਵਧਾਉਣ ਦੇ ਲਈ, ठीक है, ਸਾਰੇ ਤਰ੍ਹਾਂ ਦੇ ਜਿਵੇਂ ਬੀਜ ਆ, ਖਾਦਾਂ ਜਾਂ ਪਲਾਟ ਦੀ ਸੁਰੱਖਿਆ ਜਾਂ ਪਾਣੀ ਦਾ ਇਸਤੇਮਾਲ ਕਰਨਾ। ਠੀਕ ਹੈ, ਇਹਨਾਂ ਸਾਰਿਆਂ ਦੇ ਸੰਬੰਧੀ ਕੀ ਪੈਕੇਜ ਦਿੱਤੇ ਗਏ ਜਾਂ ਆਪਾਂ ਕਹਿ ਸਕਦੇ ਹਾਂ ਫੰਡਸ ਵੀ ਦਿੱਤੇ ਗਏ ਤਾਂ ਕਿ ਆ ਜਿਹੜਾ ਉਹ ਖੇਤੀ ਦਾ ਉਤਪਾਦਨ ਹੋਰ ਵੀ ਜ਼ਿਆਦਾ ਵੱਧ ਸਕੇ। ਇਸ ਤੋਂ ਬਿਨਾਂ ਹੈਗਾ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ, ਖੇਤੀਬਾੜੀ ਖੋਜ ਅਤੇ ਸਿੱਖਿਆ। ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਹਿੰਦੇ ਕੀ ਹੋਇਆ ਕਿ 1961 ਦੇ ਵਿੱਚ ਕੀ ਆ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਜਾਰੀ ਕੀਤੀ ਗਈ। ਠੀਕ ਹੈ, ਜਿਹਨੂੰ ਕਿ ਭਾਰਤੀ ਖੇਤੀ ਖੋਜ ਦੀ ਕੌਂਸਲ ਕਿਹਾ ਜਾਂਦਾ। ਠੀਕ ਹੈ, ਇਸ ਵਿੱਚ ਕੀ ਸੀ ਕਿ ਬਹੁਤ ਸਾਰੇ ਮਾਹਰਾਂ ਨੇ ਕੀ ਆ ਇੱਕ ਖੇਤੀਬਾੜੀ ਯੂਨੀਵਰਸਿਟੀਆਂ ਖੋਲ੍ਹੀਆਂ ਜਿਹਦੇ ਵਿੱਚ ਕੀ ਆ ਲੋਕ ਨੂੰ ਵਧੀਆ ਕਿਸਮ ਦੇ ਬੀਜ ਪ੍ਰੋਵਾਈਡ ਕੀਤੇ ਜਾਂਦੇ ਸੀ। ਠੀਕ ਹੈ, ਐਕਸਪੈਰੀਮੈਂਟਸ ਕੀਤੇ ਜਾਂਦੇ ਸੀ ਤਾਂ ਕੀ ਆ ਵੀ ਲੋਕ ਵੱਧ ਤੋਂ ਵੱਧ ਜਿਹੜੀ ਆ ਖੇਤੀ ਦੇ ਵੱਲ ਕੀ ਆ ਆਕਰਸ਼ਿਤ ਹੋ ਜਾਣ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਗ੍ਰੀਨ ਰੈਵੋਲੂਸ਼ਨ ਦੇ ਆਉਣ ਕਰਕੇ ਲੋਕਾਂ ਦੇ ਵਿੱਚ ਇੱਕ ਨਵੀਂ ਤਕਨੀਕਾਂ ਆਈਆਂ। ਠੀਕ ਹੈ, ਨਵੀਂ ਸੋਚ ਪੈਦਾ ਹੋਈ, ਨਵੇਂ ਤਰੀਕੇ ਅਪਣਾਉਣ ਲੱਗ ਗਏ। ਠੀਕ ਹੈ, ਵਧੀਆ ਵਧੀਆ ਕੀ ਸੀ ਪੈਸਟੀਸਾਈਡਸ ਯੂਜ਼ ਕਰਨ ਲੱਗੇ, ਇਸ ਤੋਂ ਬਿਨਾਂ ਜਿਹੜੀ ਖੇਤੀਬਾੜੀ ਮਸ਼ੀਨਰੀ ਸੀ ਯੂਜ਼ ਕਰਨ ਲੱਗੇ। ਇਸ ਤਰ੍ਹਾਂ ਹੌਲੀ ਹੌਲੀ ਕੀ ਆ ਇਹ ਸਾਰੇ ਭਾਰਤ ਦੇ ਵਿੱਚ ਇਹ ਕੀ ਆ ਬਹੁਤ ਹੀ ਜ਼ਿਆਦਾ ਸਪਰੈਡ ਹੋ ਗਏ, ਫੈਲ ਗਈ। ਠੀਕ ਹੈ,
ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਵੀਕਨੈਸ ਔਰ ਦਾ ਸ਼ਾਰਟ ਕਮਿੰਗਸ ਆਫ ਗ੍ਰੀਨ ਰੈਵੋਲੂਸ਼ਨ। ਕਹਿੰਦੇ ਹਰੀ ਕ੍ਰਾਂਤੀ ਦੀਆਂ ਕਿਹੜੀਆਂ ਕਮੀਆਂ, ਕਿਹੜੀਆਂ ਸ਼ਾਰਟ ਕਮੀਜ਼ ਆ, ਕਿਹੜੇ ਵੀਕਨੈਸ ਆ। ਕਹਿੰਦੇ ਇਨਕਰੀਜ਼ ਇਨ ਦਾ ਰੀਜਨਲ ਡਿਸਪੈਰਿਟੀਜ਼, ਖੇਤਰੀ ਅਸਮਾਨਤਾ ਦੇ ਵਿੱਚ ਵਾਧਾ। ਆਪਾਂ ਪੜ੍ਹਿਆ ਸੀਗਾ ਕਿ ਜਿਹੜੀ ਗ੍ਰੀਨ ਰੈਵੋਲੂਸ਼ਨ ਹੈ ਪਹਿਲਾਂ ਕੁਝ ਕੁ ਖੇਤਰਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਲਾਭ ਹੋਇਆ, ਜਿਵੇਂ ਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਠੀਕ ਹੈ, ਇਹਨਾਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ। ਪਰ ਕੁਝ ਇਹੋ ਜਿਹੇ ਰੀਜ਼ਨ ਸੀ, ਖੇਤਰ ਸੀ ਜੋ ਕਿ ਇਹਦਾ ਲਾਭ ਉਹਨਾਂ ਨੂੰ ਜਮਾਂ ਵੀ ਨਹੀਂ ਮਿਲਿਆ, ਠੀਕ ਹੈ, ਉਹ ਪਛੜੇ ਹੋਏ ਰਹਿ ਗਏ। ਇਸ ਤੋਂ ਬਿਨਾਂ ਹੈਗਾ ਇਨਕਰੀਜ਼ ਇਨ ਡਿਸਪੈਰਿਟੀ ਬਿਟਵੀਨ ਦਾ ਬਿਗ ਐਂਡ ਦਾ ਸਮਾਲ ਫਾਰਮਰ, ਵੱਡੇ ਅਤੇ ਛੋਟੇ ਕਿਸਾਨਾਂ ਦੇ ਵਿੱਚ ਅਸਮਾਨਤਾ ਪਾਈ ਗਈ। ਇਸ ਵਿੱਚ ਦੇਖੋ ਜਿਹੜੇ ਵੱਡੇ ਕਿਸਾਨ ਸੀ ਉਹਨਾਂ ਨੂੰ ਗ੍ਰੀਨ ਰੈਵੋਲੂਸ਼ਨ ਦੇ ਸਾਧਨਾਂ ਦਾ ਬਹੁਤ ਲਾਭ ਹੋਇਆ, ਠੀਕ ਹੈ, ਉਹਨਾਂ ਨੂੰ ਬਹੁਤ ਸਾਰੇ ਫੰਡ ਵੀ ਜਾਰੀ ਕੀਤੇ ਗਏ। ਪਰ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਨੌਲੇਜ ਘੱਟ ਹੋਣ ਕਰਕੇ, ਠੀਕ ਹੈ, ਉਹਨਾਂ ਦੀ ਆਮਦਨ ਘੱਟ ਹੋਣ ਕਰਕੇ ਕੀ ਆ, ਉਹਨਾਂ ਕੋਲ ਸਾਧਨਾਂ ਲਈ ਜਿਹੜੇ ਫੰਡ ਸੀ ਉਹਨਾਂ ਦੀ ਘਾਟ ਸੀਗੀ, ਇਸ ਕਰਕੇ ਉਹਨਾਂ ਦੇ ਵਿੱਚ ਕੀ ਆ ਅਸਮਾਨਤਾ ਪਾਈ ਗਈ। ਇਸ ਤੋਂ ਬਿਨਾਂ ਹੈਗਾ ਨੋ ਰਿਸਪੌਂਸ ਫਰੋਮ ਸਮੋਲ ਐਂਡ ਦਾ ਮਾਰਜਨਲ ਫਾਰਮਰਸ, ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋਂ ਕੋਈ ਜਵਾਬ ਨਹੀਂ। ਦੇਖੋ ਜਿਹੜੇ ਛੋਟੇ ਅਤੇ ਸੀਮਾਂਤ ਕਿਸਾਨ ਆ ਉਹਨਾਂ ਕੋਲ ਕੀ ਸੀਗੇ, ਜਿਹੜੀ ਵਿੱਤੀ ਸਥਿਤੀ ਉਹਨਾਂ ਦੀ ਬਹੁਤ ਹੀ ਜ਼ਿਆਦਾ ਕੀ ਆ ਬੁਰੀ ਸੀਗੀ, ਮਤਲਬ ਉਹਨਾਂ ਕੋਲ ਬਹੁਤ ਜ਼ਿਆਦਾ ਘੱਟ ਪੈਸੇ ਸੀਗੇ, ਠੀਕ ਹੈ, ਇਸ ਕਰਕੇ ਜਿਹੜੀ ਆ ਉਹਨਾਂ ਦੀ ਨਵੀਂ ਨੀਤੀ ਅਪਣਾਉਣ ਦੇ ਉਹ ਕਾਬਿਲ ਨਹੀਂ ਸੀ, ਯੋਗ ਨਹੀਂ ਸੀ। ਇਸ ਕਰਕੇ ਕੀ ਹੋਇਆ ਕਿ ਜ਼ਿਆਦਾਤਰ ਛੋਟੇ ਕਿਸਾਨ ਆ ਉਹਨਾਂ ਨੂੰ ਨਵੀਂ ਤਕਨੀਕ ਦਾ ਕੋਈ ਵੀ ਲਾਭ ਨਹੀਂ ਹੋਇਆ। ਇਸ ਤੋਂ ਅੱਗੇ ਹੈਗਾ ਕਨਫਾਈਨਡ ਟੂ ਲਿਮਟਡ ਕ੍ਰੌਪਸ, ਸੀਮਤ ਫਸਲਾਂ ਨਾਲ ਜੁੜੇ ਰਹਿਣਾ, ਠੀਕ ਹੈ। ਕਹਿੰਦੇ ਜਿਹੜੀ ਗ੍ਰੀਨ ਰੈਵੋਲੂਸ਼ਨ ਸੀ ਉਹਦਾ ਲਾਭ ਸਿਰਫ ਦੋ ਹੀ ਜ਼ਿਆਦਾਤਰ ਫਸਲਾਂ ਨੂੰ ਹੋਇਆ। ਆਪਾਂ ਕਹਿ ਸਕਦੇ ਹਾਂ ਕਿ 90% ਜਿਹੜੀਆਂ ਦੋ ਹੀ ਫਸਲਾਂ ਸੀ, ਕਣਕ ਅਤੇ ਚਾਵਲ, ਠੀਕ ਹੈ, ਰਾਈਸ ਐਂਡ ਵੀਟ। ਉਹਨਾਂ ਕਰਕੇ ਕਿ ਜਿਹੜੀਆਂ ਦੂਸਰੀਆਂ ਫਸਲਾਂ ਸੀ ਉਹਨਾਂ ਦੇ ਪ੍ਰਤੀ ਕੀ ਆ ਲਾਪਰਵਾਹੀ ਵਰਤੀ ਗਈ, ਠੀਕ ਹੈ, ਇਹ ਆਪਾਂ ਕਹਿ ਸਕਦੇ ਹਾਂ ਇਹਦੀ ਸ਼ਾਰਟ ਕਮਿੰਗ ਆ, ਠੀਕ ਹੈ। ਇਸ ਤੋਂ ਅੱਗੇ ਹੈਗਾ ਪ੍ਰੋਬਲਮ ਆਫ ਲੇਬਰ ਡਿਸਪਲੇਸਮੈਂਟ, ਮਜ਼ਦੂਰਾਂ ਦੇ ਘਰੋਂ ਉੱਜੜਨ ਦੀ ਸਮੱਸਿਆ ਵਾ। ਦੇਖੋ ਕਹਿੰਦੇ ਜਿਹੜੀਆਂ ਨਵੀਆਂ ਤਕਨੀਕਾਂ ਸੀਗੀਆਂ ਉਹਨਾਂ ਦੇ ਆਉਣ ਦੇ ਨਾਲ ਜਿਹੜੇ ਲੇਬਰ ਸੀ, ਮਜ਼ਦੂਰ ਸੀ, ਉਹਨਾਂ ਦੀ ਜਗ੍ਹਾ ਕਿਹਨਾਂ ਨੇ ਲੈ ਲਈ, ਮਸ਼ੀਨਾਂ ਨੇ ਲੈ ਲਈ। ਜਿਹੜੇ ਕੰਮ ਮਜ਼ਦੂਰ ਕਰਦੇ ਸੀ ਹੁਣ ਉਹ ਕੰਮ ਕੌਣ ਕਰਦੀਆਂ ਸੀ, ਮਸ਼ੀਨਾਂ ਕਰਦੀਆਂ ਸੀ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਮਜ਼ਦੂਰਾਂ ਦੇ ਘਰ ਇੱਕ ਇਸ ਤਰ੍ਹਾਂ ਦੇ ਨਾਲ ਉੱਜੜ ਗਏ, ਠੀਕ ਹੈ। ਇਸ ਨਾਲ ਕੀ ਹੋ ਗਿਆ, ਜਿਹੜੇ ਭੂਮੀ ਰਹਿਤ ਮਜ਼ਦੂਰ ਸੀ ਜਿਨ੍ਹਾਂ ਕੋਲ ਭੂਮੀ ਨਹੀਂ ਸੀ, ਠੀਕ ਹੈ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਵਾਧਾ ਕਰਨਾ ਪਿਆ। ਇਸ ਤਰ੍ਹਾਂ ਆਪਾਂ ਸ਼ਾਰਟ ਕਮਿੰਗਸ ਦੇਖੀਆਂ ਅਤੇ ਇਹਦੇ ਅਚੀਵਮੈਂਟਸ ਦੇਖੇ। ਆਪਾਂ ਕਹਿ ਸਕਦੇ ਹਾਂ ਵੀ ਇਹਦਾ ਜ਼ਿਆਦਾਤਰ ਲਾਭ ਕਿਹਨਾਂ ਨੂੰ ਹੋਇਆ, ਵੱਡੇ ਕਿਸਾਨਾਂ ਨੂੰ, ਅਤੇ ਛੋਟੇ ਕਿਸਾਨਾਂ ਨੂੰ ਇਹਦੇ ਜਿਹੜੇ ਨੁਕਸਾਨ ਆ ਉਹਨਾਂ ਦਾ ਸਾਹਮਣਾ ਕਰਨਾ ਪਿਆ।